ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ 9ਵੇਂ ਗੇੜ ਦੀ ਮੀਟਿੰਗ ਲਗਾਤਾਰ ਜਾਰੀ ਸੀ। ਉਹ ਮੀਟਿੰਗ ਹੁਣ ਸਮਾਪਤ ਹੋ ਚੁੱਕੀ ਹੈ ਤੇ ਬੇਸਿੱਟਾ ਰਹੀ ਹੈ। ਇਸ ਬੇਸਿੱਟਾ ਮੀਟਿੰਗ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਵਿਨੀਤ ਕਪੂਰ ਸਾਡੇ ਨਾਲ ਮੌਜੂਦ ਨੇ। ਵਿਨੀਤ ਜੀ, ਇਹ 9ਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ ਤੇ ਫਿਰ ਹੱਲ ਕਿੱਦਾਂ ਨਿਕਲੇਗਾ? ਦੇਖੋ, ਸਿੱਧੇ ਤੌਰ ਤੇ ਜੇਕਰ ਹੱਲ ਦੀ ਗੱਲ ਕਰੀਏ ਗੁਰਪ੍ਰੀਤ, ਤੇ ਹੱਲ ਨਿਕਲ ਸਕਦਾ ਹੈ ਜੇਕਰ ਸਰਕਾਰ ਆਪਣੇ ਰੁਖ ਦੇ ਵਿੱਚ ਬਦਲਾਵ ਕਰਦੀ ਹੈ। ਕਿਉਂਕਿ ਹੁਣ ਕਿਸਾਨ ਜਥੇਬੰਦੀਆਂ ਇੱਕ ਹੀ ਮੰਗ ਕਰ ਰਹੇ ਨੇ ਕਿ ਆ ਖੇਤੀਬਾੜੀ ਕਾਨੂੰਨ, ਜਿਸ ਤੇ ਸੁਪਰੀਮ ਕੋਰਟ ਪਹਿਲਾਂ ਹੀ ਰੋਕ ਲਾ ਚੁੱਕੀ ਹੈ ਕਿ ਇਹ ਕਾਨੂੰਨ ਜਿਹੜੇ ਨੇ ਆ ਲਾਗੂ ਨਹੀਂ ਹੋਣਗੇ, ਇਹਨਾਂ ਦੇ ਅਮਲ ਦੇ ਉੱਪਰ ਰੋਕ ਲਾਈ ਗਈ ਹੈ। ਔਰ ਹੁਣ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਇਸ ਦੇ ਵਿੱਚ ਸੋਧ ਕਰਨ ਦਾ ਕੋਈ ਸਵਾਲ ਪੈਦਾ ਹੀ ਨਹੀਂ ਹੁੰਦਾ ਤੇ ਤੁਸੀਂ ਆ ਕਾਨੂੰਨ ਜਿਹੜੇ ਨੇ ਇਹਨਾਂ ਨੂੰ ਰੱਦ ਕਰੋ। ਰੱਦ ਕਰਨਗੇ ਤਾਂ ਹੀ ਕੋਈ ਸਿੱਟਾ ਨਿਕਲੂਗਾ, ਨਹੀਂ ਤੇ ਬੈਠਕਾਂ ਜਿਹੜੀਆਂ ਨੇ ਬੇਸਿੱਟਾ ਰਹਿਣਗੀਆਂ। ਔਰ ਲਗਾਤਾਰ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਗੁਰਪ੍ਰੀਤ, ਤੇ ਕਿਸਾਨ ਜਥੇਬੰਦੀਆਂ ਜਿਸ ਤਰ੍ਹਾਂ ਦੀ ਰਣਨੀਤੀ ਬਣਾ ਰਹੀਆਂ ਨੇ, ਕੇਂਦਰ ਦੇ ਉੱਪਰ ਦਬਾਅ ਪਾਉਣ ਲਈ ਪ੍ਰੋਪਰ ਰਣਨੀਤੀਆਂ ਬਣਾਈਆਂ ਗਈਆਂ ਨੇ। 26 ਤਰੀਕ ਨੂੰ ਦਿੱਲੀ ਵੱਲ ਨੂੰ ਟਰੈਕਟਰ ਮਾਰਚ ਜਾਂਦਾ ਨਜ਼ਰ ਆਏਗਾ। ਵੱਡੀ ਸੰਖਿਆ ਦੇ ਵਿੱਚ ਪੰਜਾਬ ਦੀ ਗੱਲ ਕਰੀਏ, ਹਰਿਆਣਾ ਦੀ ਗੱਲ ਕਰੀਏ ਜਾਂ ਹੋਰ ਸੂਬਿਆਂ ਦੀ ਗੱਲ ਕਰੀਏ, ਉੱਥੋਂ ਕਿਸਾਨ ਜਿਹੜੇ ਨੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ। ਯਾਨੀ ਕੇਂਦਰ ਨੂੰ ਸਮਝਣ ਦੀ ਲੋੜ ਹੈ ਕਿ ਇਸ ਵਕਤ ਸਿਚੁਏਸ਼ਨ ਕਿਸ ਢੰਗ ਦੀ ਹੈ। ਔਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਤੇ ਅੱਜ ਕਿਸਾਨ ਜਥੇਬੰਦੀਆਂ ਦੇ ਵਿੱਚ ਆ ਵੀ ਆਕਰੋਸ਼ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ ਕੇਂਦਰ ਦੀ ਮੋਦੀ ਸਰਕਾਰ ਜਾਂਦੀ ਹੈ, ਉੱਥੇ ਕਹਿੰਦੀ ਹੈ ਕਿ ਕੁਝ ਸੂਬਿਆਂ ਦਾ ਅੰਦੋਲਨ ਬਣ ਕੇ ਰਹਿ ਗਿਆ, ਪੂਰੇ ਦੇਸ਼ ਦੇ ਕਿਸਾਨ ਜਿਹੜੇ ਨੇ ਉਹ ਇਸ ਅੰਦੋਲਨ ਦੀ ਹਿਮਾਇਤ ਨਹੀਂ ਕਰਦੇ। ਇਸ ਦਾ ਵੀ ਰੋਸ਼ ਸੀ। ਇਸੇ ਕਰਕੇ ਅੱਜ ਰਾਜਸਥਾਨ ਦੀ ਗੱਲ ਕਰੀਏ, ਉੱਤਰ ਪ੍ਰਦੇਸ਼ ਦੀ ਗੱਲ ਕਰੀਏ, ਮਹਾਰਾਸ਼ਟਰ ਦੀ ਗੱਲ ਕਰੀਏ, ਮੱਧ ਪ੍ਰਦੇਸ਼ ਦੀ ਗੱਲ ਕਰੀਏ, ਇੱਥੋਂ ਦੇ ਕਿਸਾਨ ਵੀ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ। ਯਾਨੀ ਦੱਸ ਰਹੇ ਨੇ ਕਿ ਕਿਸਾਨ ਸਾਰਾ ਇਨ ਕਾਨੂੰਨਾਂ ਦੇ ਖਿਲਾਫ ਲਾਮਬੰਦ ਹੋ ਚੁੱਕਿਆ। ਔਰ ਕੇਂਦਰ ਹੁਣ ਭਲੇ ਹੀ ਇਹ ਕਹਿੰਦਾ ਹੋਏ ਕਿ ਆਪਾਂ ਤੁਹਾਡੇ ਖਿਲਾਫ ਜਿਹੜੇ ਪਰਚੇ ਦਰਜ ਕੀਤੇ ਹੈ ਉਹ ਵਾਪਸ ਲੈ ਲਾਂਗੇ, ਆਪਾਂ ਤੁਹਾਨੂੰ ਜਿਹੜੀ MSP ਹੈ ਉਸ ਦੇ ਵਿੱਚ ਕਾਨੂੰਨੀ ਅਧਿਕਾਰ ਦੇ ਦਿਆਂਗੇ ਕਿ ਜੇਕਰ ਕੋਈ MSP ਤੋਂ ਘੱਟ ਖਰੀਦ ਕਰਦਾ ਉਸ ਦੇ ਖਿਲਾਫ ਤੁਸੀਂ ਮਾਮਲਾ ਦਰਜ ਕਰ ਸਕਦੇ ਹੋ। ਉਹ ਇਹ ਕਹਿ ਰਹੇ ਨੇ ਕਿ ਆਪਾਂ ਹੋਰ ਵੀ ਸੋਧ ਕਰਨ ਲਈ ਤਿਆਰ ਆ, ਲੇਕਿਨ ਸੋਧਾਂ ਨਾਲ ਆ ਬੈਠਕਾਂ ਜਿਹੜੀਆਂ ਸਿਰੇ ਚੜ੍ਹਦੀਆਂ ਨਜ਼ਰ ਨਹੀਂ ਆਉਣਗੀਆਂ। ਆਪਣੇ ਰੁਖ ਦੇ ਵਿੱਚ ਬਦਲਾਵ ਕਰਨ ਕਮੇਟੀ ਜਿਹੜੀ ਸੁਪਰੀਮ ਕੋਰਟ ਨੇ ਬਣਾਈ ਹੈ, ਉਸ ਕਮੇਟੀ ਦੇ ਮੈਂਬਰਾਂ ਨੂੰ ਵੀ ਆ ਗੱਲ ਸਮਝਣੀ ਚਾਹੀਦੀ ਹੈ ਕਿ ਕਿਸਾਨ ਕਿਸ ਗੱਲ ਪਿੱਛੇ ਇੱਥੇ ਬੈਠੇ ਹੈ। ਕਿਉਂਕਿ ਅੱਜ 51ਵਾਂ ਦਿਨ ਹੋ ਚੁੱਕਿਆ ਹੈ ਔਰ ਆ ਕੋਈ ਇੱਕ ਦਿਨ ਦਾ ਅੰਦੋਲਨ ਨਹੀਂ ਹੈ। ਇਹ ਘੱਟੋ ਘੱਟ 6 ਜਾਂ 7 ਮਹੀਨੇ ਦੀ ਤਿਆਰੀ ਕਰਕੇ ਕਿਸਾਨ ਜਿਹੜੇ ਨੇ ਉਹ ਦਿੱਲੀ ਬਾਰਡਰ 'ਤੇ ਨੇ ਤੇ ਜਦੋਂ ਤੱਕ ਉਹਨਾਂ ਦੀ ਗੱਲ ਨਹੀਂ ਮੰਨੀ ਜਾਂਦੀ ਤਦ ਤੱਕ ਆ ਬੈਠਕਾਂ ਵੀ ਬੇਸਿੱਟਾ ਰਹਿਣਗੀਆਂ ਔਰ ਅੰਦੋਲਨ ਜਿਹੜਾ ਹੋਰ ਤਿੱਖਾ ਹੁੰਦਾ ਹੈ ਨਜ਼ਰ ਆਏਗਾ। ਜੀ ਗੁਰਪ੍ਰੀਤ, ਕੇਂਦਰ ਦੇ ਮੰਤਰੀ ਇਹ ਵੀ ਕਹਿੰਦੇ ਸੀਗੇ ਕਿ ਜਿਹੜੀ 4 ਮੈਂਬਰੀ ਕਮੇਟੀ ਬਣਾਈ ਸੀਗੀ ਸੁਪਰੀਮ ਕੋਰਟ ਨੇ, ਜੇਕਰ ਕਿਸਾਨਾਂ ਨੂੰ ਉਹਦੇ ਉੱਤੇ ਇਤਰਾਜ਼ ਹੈ ਤੇ ਫਿਰ ਤੁਸੀਂ ਕਿਸਾਨਾਂ ਦੀ ਆਪਣੀ ਕਮੇਟੀ ਬਣਾ ਲਓ, ਅਸੀਂ ਉਹਦੇ ਨਾਲ ਗੱਲਬਾਤ ਕਰ ਲਾਂਗੇ। ਪਰ ਜਿਹੜੀ ਫਿਰ ਗੱਲਬਾਤ ਹੁਣ ਕਿਸਾਨ ਲੀਡਰ ਜਾ ਕੇ ਉੱਥੇ ਕਰ ਰਹੇ ਨੇ, ਉਹਦੇ ਨਾਲ ਕੀ ਇਤਰਾਜ਼ ਹੈ ਕੇਂਦਰ ਨੂੰ? ਦੇਖੋ ਗੁਰਪ੍ਰੀਤ, ਸਿੱਧੇ ਤੌਰ ਤੇ ਭਾਵੇਂ ਹੁਣ ਕੇਂਦਰ ਇਹ ਕਹਿੰਦਾ ਨਜ਼ਰ ਆ ਰਿਹਾ, ਉਹ ਕੇਂਦਰੀ ਮੰਤਰੀ ਨਰਿੰਦਰ ਤੋਮਰ ਕਹਿੰਦੇ ਨਜ਼ਰ ਆ ਰਹੇ ਨੇ ਤੁਸੀਂ ਆਪਣੀ ਕਮੇਟੀ ਬਣਾ ਲਓ, ਲੇਕਿਨ ਕਿਸਾਨਾਂ ਨੇ ਜਿਹੜੀ 40 ਜਥੇਬੰਦੀਆਂ ਦੀ ਇੱਕ ਕਮੇਟੀ ਬਣਾਈ ਹੈ, ਉਹ 40 ਜਥੇਬੰਦੀਆਂ ਦੀ ਕਮੇਟੀ ਦੇ ਨਾਲ ਜਦੋਂ ਬੈਠਕ ਹੁੰਦੀ ਹੈ ਉਸ ਦੇ ਵਿੱਚ ਤੁਸੀਂ ਹਰ ਵਾਰ ਆਹੀ ਪੱਖ ਰੱਖ ਦਿੰਦੇ ਹੋ ਕਿ ਆਪਾਂ ਸੋਧ ਕਰ ਦਿੰਦੇ ਹਾਂ। ਤੁਸੀਂ ਕਿਉਂ ਨਹੀਂ ਕਹਿੰਦੇ ਕਿ ਇਸ ਕਾਨੂੰਨਾਂ ਨੂੰ ਆਪਾਂ ਰੱਦ ਕਰ ਦਿੰਦੇ ਹਾਂ ਔਰ ਨਵੇਂ ਜੇਕਰ ਕਾਨੂੰਨਾਂ ਦੀ ਲੋੜ ਹੈ ਤੇ ਉਸ ਲਈ ਇੱਕ ਨਵੀਂ ਕਮੇਟੀ ਬਣਾਉਂਦੇ ਹਾਂ। ਉਸ ਕਮੇਟੀ ਦੇ ਵਿੱਚ ਕਿਸਾਨ ਆਗੂਆਂ ਦੀ ਰਾਏ ਨੂੰ ਸਭ ਤੋਂ ਜ਼ਿਆਦਾ ਤਰਜੀਹ ਦਿੱਤੀ ਜਾਏਗੀ, ਤਾਂ ਕਾਨੂੰਨ ਜਿਹੜੇ ਨੇ ਲਾਗੂ ਹੋਣਗੇ, ਬਣਦੇ ਹੋਏ ਨਜ਼ਰ ਆਉਣਗੇ। ਜੇਕਰ ਇਸ ਇਰਾਦੇ ਨਾਲ ਕੇਂਦਰ ਬੈਠਕ ਕਰਨ ਲਈ ਤਿਆਰ ਹੁੰਦਾ, ਟੇਬਲ ਤੇ ਬਹਿੰਦਾ ਤੇ ਫਿਰ ਹੱਲ ਨਿਕਲੂਗਾ। ਲੇਕਿਨ ਹਜੇ ਵੀ ਕੇਂਦਰ ਇਸੀ ਗੱਲ ਨੂੰ ਅੱਗੇ ਕਰਦਾ ਨਜ਼ਰ ਆ ਰਿਹਾ ਕਿ ਆਪਾਂ ਨਹੀਂ ਇਨ ਕਾਨੂੰਨਾਂ ਦੇ ਵਿੱਚ ਸੋਧ ਕਰਦੇ ਨੇ, ਇਹਨਾਂ ਨੂੰ ਰੱਦ ਨਹੀਂ ਕਰ ਸਕਦੇ ਤੇ ਇਹ ਇੱਕ ਵੱਡੀ ਮਜਬੂਰੀ ਹੈ ਕੇਂਦਰ ਦੀ। ਦੇਖੋ ਆ ਹੁਣ ਇੱਕ ਕਾਨੂੰਨ ਦੀ ਗੱਲ ਨਹੀਂ ਰਹਿ ਗਈ, ਕਿਉਂਕਿ ਖੇਤੀਬਾੜੀ ਕਾਨੂੰਨ ਅਗਰ ਰੱਦ ਹੁੰਦੇ ਨੇ ਤੇ ਕੇਂਦਰ ਨੂੰ ਆ ਵੀ ਲੱਗਦਾ ਹੈ ਕਿ ਹੋਰ ਜਿਹੜੇ ਫੈਸਲੇ ਲਿੱਤੇ ਹੋਏ ਸੀ, ਚਾਹੇ ਇਸ ਦੇ ਵਿੱਚ ਆਪਾਂ 3 ਤਲਾਕ ਦੇ ਮਸਲੇ ਦੀ ਗੱਲ ਕਰ ਲਈਏ, ਚਾਹੇ ਇਸ ਦੇ ਵਿੱਚ ਧਾਰਾ 370 ਹਟਾਉਣ ਦੇ ਮਸਲੇ ਦੀ ਗੱਲ ਕਰੀਏ, ਕੇਂਦਰ ਨੂੰ ਇਹ ਵੀ ਖਦਸ਼ਾ ਹੈ ਕਿ ਕਿਤੇ ਉਹ ਜਥੇਬੰਦੀਆਂ ਵੀ ਕੇਂਦਰ ਦੇ ਇਨ ਫੈਸਲਿਆਂ ਦੇ ਖਿਲਾਫ ਲਾਮਬੰਦ ਹੁੰਦੀਆਂ ਨਜ਼ਰ ਨਾ ਆਉਣ। ਇਸੇ ਕਰਕੇ ਕੇਂਦਰ ਲਈ ਮਜਬੂਰੀ ਬਣ ਗਿਆ ਕਾਨੂੰਨ। ਲੇਕਿਨ ਕਿਸਾਨ ਸਪਸ਼ਟ ਕਰ ਚੁੱਕੇ ਹਨ ਕਿ ਜਦ ਤੱਕ ਆ ਅੰਦੋਲਨ ਰਹੇਗਾ ਤੇ ਦਿੱਲੀ ਬਾਰਡਰ 'ਤੇ ਹੀ ਰਹੇਗਾ, ਇਸ ਨੂੰ ਦੂਜੀ ਥਾਵੇਂ ਆਪਾਂ ਨਹੀਂ ਲੈ ਕੇ ਜਾਵਾਂਗੇ। ਔਰ ਜਦ ਤੱਕ ਕੇਂਦਰ ਦੀ ਮੋਦੀ ਸਰਕਾਰ ਸਕਾਰਾਤਮਕ ਰੁਖ ਲੈ ਕੇ ਟੇਬਲ 'ਤੇ ਨਹੀਂ ਬਹਿੰਦੀ, ਜਦ ਤੱਕ ਕਾਨੂੰਨ ਰੱਦ ਕਰਨ ਦਾ ਫੈਸਲਾ ਨਹੀਂ ਲੈਂਦੀ, ਤਦ ਤੱਕ ਅੰਦੋਲਨ ਜਾਰੀ ਰਹੇਗਾ। ਔਰ 26 ਤਰੀਕ ਅਹਿਮ ਰਹਿਣ ਵਾਲੀ ਹੈ ਕਿਉਂਕਿ ਤਿਰੰਗੇ ਝੰਡੇ ਜਿਹੜੇ ਨੇ ਉਹ ਟਰੈਕਟਰਾਂ ਦੇ ਉੱਪਰ ਲੱਗੇ ਨਜ਼ਰ ਆਉਣਗੇ ਔਰ ਦਿੱਲੀ ਵੱਲ ਨੂੰ ਕੂਚ ਹੋਏਗਾ। ਸਿੱਧੇ ਤੌਰ ਤੇ ਪਰੇਡ ਦਾ ਹਿੱਸਾ ਕਿਸਾਨ ਜਥੇਬੰਦੀਆਂ ਹੋਈਆਂ ਨਜ਼ਰ ਆਉਣਗੀਆਂ। ਔਰ ਅਗਰ ਅੱਜ ਦੇ ਜਿਹੜੀ ਬੈਠਕ ਦੇ ਪਹਿਲੂ ਵੀ ਨਿਕਲ ਕੇ ਸਾਹਮਣੇ ਆਏ ਹੈ, ਕਰਨਾਲ ਮਹਾਪੰਚਾਇਤ ਦਾ ਜ਼ਿਕਰ ਹੁੰਦਾ ਹੋਇਆ ਨਜ਼ਰ ਆਇਆ ਇਸ ਬੈਠਕ ਦੇ ਵਿੱਚ,
ਕਿ ਕਰਨਾਲ ਮਹਾਪੰਚਾਇਤ ਜਿਹੜੀ ਹੈ ਉਸ ਦੇ ਕੀ ਮੁੱਦੇ ਸੀ, ਇਸ ਮਸਲੇ ਨੂੰ ਚੱਕਿਆ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਤੇ ਕਿਸਾਨਾਂ ਨੂੰ ਜਿਹੜੇ ਪਰਚੇ ਉਹਨਾਂ ਤੇ ਦਰਜ ਹੋਏ ਸੀ, ਚਾਹੇ ਹਰਿਆਣਾ ਦੀ ਗੱਲ ਕਰੀਏ, ਚਾਹੇ ਯੂਪੀ ਦੀ ਗੱਲ ਕਰੀਏ, ਚਾਹੇ ਰਾਜਸਥਾਨ ਦੀ, ਉਹਨਾਂ ਨੂੰ ਵਾਪਸ ਕਰਨ ਤੇ ਵੀ ਸਹਿਮਤੀ ਬਣਦੀ ਨਜ਼ਰ ਆਈ ਸੀ। ਇਹ ਮੁੱਦਾ ਕਿਸਾਨਾਂ ਦੀ ਤਰਫੋਂ ਹੀ ਚੱਕਿਆ ਗਿਆ ਕਿ ਸਾਡੇ ਆਗੂਆਂ ਦੇ ਉੱਪਰ ਲਗਾਤਾਰ ਪਰਚੇ ਦਰਜ ਹੋ ਰਹੇ। ਤੀਜਾ ਮਸਲਾ ਸੀ MSP ਦਾ, ਉਸ ਲਈ ਵੀ ਕੇਂਦਰ ਜਿਹੜਾ ਉਹ ਤਿਆਰ ਹੁੰਦਾ ਨਜ਼ਰ ਆ ਰਿਹਾ, ਲੇਕਿਨ ਕਿਸਾਨ ਇੱਥੇ ਕਹਿ ਰਹੇ ਕਿ ਨਵਾਂ ਕਾਨੂੰਨ ਲੈ ਕੇ ਆਓ। ਤੁਸੀਂ 3 ਕਾਨੂੰਨ ਲੈ ਕੇ ਆ ਰਹੇ ਹੋ ਤੇ ਚੌਥਾ MSP ਵਾਲਾ ਵੀ ਕਾਨੂੰਨ ਲੈ ਕੇ ਆ ਜਾਓ, ਲੇਕਿਨ ਆਹ ਕਾਨੂੰਨ ਸਵੀਕਾਰ ਨਹੀਂ ਹੈ। ਆ ਕਾਨੂੰਨ ਤੁਹਾਨੂੰ ਰੱਦ ਕਰਨੇ ਹੋਣਗੇ, ਨਵੇਂ ਕਾਨੂੰਨ। ਜੇ ਤੁਹਾਨੂੰ ਲੱਗਦਾ ਹੈ ਕਿ ਵਾਕਿਆ ਕਾਨੂੰਨ ਜਿਹੜੇ ਨੇ, ਜਿਨ੍ਹਾਂ ਦੀ ਧਾਰਾਵਾਂ ਤੁਸੀਂ ਦੱਸ ਰਹੇ ਹੋ, ਜਿਨ੍ਹਾਂ ਦੇ ਪੁਆਇੰਟ ਤੁਸੀਂ ਦੱਸ ਰਹੇ ਹੋ, ਅਗਰ ਉਨ ਪੁਆਇੰਟਾਂ ਨਾਲ ਕਿਸਾਨੀ ਲਾਹੇਬੰਦ ਹੁੰਦੀ ਹੈ ਤੇ ਫਿਰ ਕਿਸਾਨ ਆਗੂਆਂ ਦੀ ਜਿਹੜੀ ਕਹਿ ਸਕਦੇ ਹਾਂ ਉਹਨਾਂ ਦੀ ਜਿਹੜੀ ਪੂਰੀ ਦੀ ਪੂਰੀ ਇੱਛਾ ਹੈ ਜਾਂ ਉਹਨਾਂ ਨੇ ਜੋ ਮੰਥਨ ਕੀਤੇ ਆ ਉਸ ਮੰਥਨ ਦੇ ਅਨੁਰੂਪ ਕਾਨੂੰਨ ਤਿਆਰ ਕਰ ਦਿਓ, ਇਹਨਾਂ ਨੂੰ ਰੱਦ ਕਰੋ। ਲੇਕਿਨ ਮਨਸ਼ਾ ਸਪਸ਼ਟ ਨਹੀਂ ਹੈ ਹਜੇ ਵੀ ਕੇਂਦਰ ਦੀ, ਕਿਉਂਕਿ ਮਨਸ਼ਾ ਸਪਸ਼ਟ ਹੁੰਦੀ ਤੇ ਸ਼ਾਇਦ ਭਾਜਪਾ ਆਗੂਆਂ ਦੇ ਬਿਆਨਬਾਜ਼ੀਆਂ ਤੇ ਵੀ ਰੋਕ ਲੱਗਦੀ ਤੇ ਥਾਂ ਤੇ ਜਿਹੜੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਉਸ ਤੇ ਵੀ ਰੋਕ ਲੱਗਦੀ, ਔਰ ਟੇਬਲ ਟਾਕ ਕਰਨ ਲਈ ਖੁਦ PM ਜਿਹੜੇ ਨੇ ਉਹ ਤਿਆਰ ਹੋ ਪਾਉਂਦੇ। ਕਿਉਂਕਿ ਅਗਰ ਆਪਾਂ ਇਨ 3 ਮੰਤਰੀਆਂ ਦੀ ਗੱਲ ਛੱਡ ਦਈਏ, ਹੋਰ ਮੰਤਰੀ ਜੇਕਰ ਤਿਆਰ ਹੁੰਦੇ ਨੇ, ਯਾਨੀ PM ਅਗਰ ਟੇਬਲ ਟਾਕ ਕਰਨ ਲਈ ਤਿਆਰ ਹੋ ਜਾਂਦੇ ਆ, ਅਮਿਤ ਸ਼ਾਹ ਆ ਕੇ ਬੈਠਕ ਕਰਕੇ ਕੁਝ ਆਪਣੇ ਸੁਝਾਅ ਦੇਣ ਲਈ ਤਿਆਰ ਹੁੰਦੇ ਨੇ, ਤੇ ਫਿਰ ਸ਼ਾਇਦ ਬੈਠਕ ਕੁਝ ਹੋਰ ਹੱਲ ਲੈ ਕੇ ਆਏ। ਲੇਕਿਨ ਹਜੇ ਵੀ ਕੇਂਦਰ ਜਿਹੜਾ ਉਹ ਪੈਂਤਰੇਬਾਜ਼ੀ ਕਰ ਰਿਹਾ। ਜਦੋਂ ਤੱਕ ਪੈਂਤਰੇਬਾਜ਼ੀ ਖਤਮ ਨਹੀਂ ਹੋਏਗੀ ਤਦ ਤੱਕ ਅੰਦੋਲਨ ਜਿਹੜਾ ਉਹ ਵੀ ਖਤਮ ਨਹੀਂ ਹੋਏਗਾ ਜੀ। ਕਿਸੇ ਅਗਲੀ ਮੀਟਿੰਗ ਦੀ ਜਿਹੜੀ ਮਤਲਬ ਤਰੀਕ ਹੈ ਉਹਦੀ ਘੋਸ਼ਣਾ ਕਰ ਦਿੱਤੀ ਗਈ ਹੈ, ਜਿਹੜੀ ਹੁਣ ਕੇਂਦਰ ਤੇ ਕਿਸਾਨਾਂ ਨਾਲ ਹੋਣੀ ਹੈ? ਦੇਖੋ, ਅਗਲੀ ਤਰੀਕ ਦੀ ਘੋਸ਼ਣਾ ਇੱਥੇ ਕਰ ਦਿੱਤੀ ਗਈ ਹੈ। 19 ਜਨਵਰੀ ਲਈ ਅਗਲੀ ਬੈਠਕ ਬੁਲਾ ਲਿੱਤੀ ਗਈ ਹੈ, ਕਿਉਂਕਿ 26 ਤਰੀਕ ਦੀ ਕਾਲ ਦਿੱਤੀ ਹੋਈ ਹੈ, ਤਿੱਖੇ ਅੰਦੋਲਨ ਦੀ ਗੱਲ ਹੋ ਰਹੀ ਹੈ, ਤੇ ਹੁਣ 19 ਤਰੀਕ ਬੁਲਾਇਆ ਗਿਆ ਕਿਸਾਨ ਜਥੇਬੰਦੀਆਂ ਨੂੰ ਕਿ ਤੁਸੀਂ ਆਓ ਬੈਠਕ ਕਰਦੇ ਹਾਂ। ਲੇਕਿਨ ਉਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਬੈਠਕ ਹੋਏਗੀ, ਸਿੰਘੂ ਦੇ ਉੱਪਰ ਬੈਠਕ ਕਰਨਗੇ, ਰਣਨੀਤੀ ਬਣਾਉਣਗੇ ਕਿ ਕਿਆ 19 ਤਰੀਕ ਦੀ ਬੈਠਕ ਦਾ ਹਿੱਸਾ ਬਣਨਾ ਹੈ। ਕਿਉਂਕਿ ਅੱਜ ਦੀ ਬੈਠਕ ਕਾਫੀ ਲਹਿਜ਼ੇ ਦੇ ਵਿੱਚ ਕਈ ਕੜੇ ਮੈਸੇਜ ਜਿਹੜੀ ਹੈ ਉਸ ਕੇਂਦਰ ਨੂੰ ਦਿੰਦੀ ਸਪਸ਼ਟ ਆਈ ਹੈ। ਕਿਉਂਕਿ ਇਸ ਬੈਠਕ ਦੇ ਵਿੱਚ ਵੀ ਕਿਸਾਨ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਕਹਿ ਚੁੱਕਿਆ ਕਿ ਤੁਸੀਂ ਇਨ ਕਾਨੂੰਨਾਂ ਨੂੰ ਲਾਗੂ ਨਹੀਂ ਕਰ ਸਕਦੇ ਜਦ ਤੱਕ ਸਮਿਤੀ ਇਸ ਤੇ ਕੋਈ ਫੈਸਲਾ ਨਹੀਂ ਲੈਂਦੀ, ਕੋਈ ਰਾਏ ਆਪਣੀ ਤਿਆਰ ਨਹੀਂ ਕਰ ਪਾਉਂਦੀ। ਔਰ ਸਮਿਤੀ ਦੇ ਵਿੱਚ ਵੀ ਟਕਰਾਵ ਹੋ ਗਿਆ। ਸਮਿਤੀ ਦੇ ਇੱਕ ਮੈਂਬਰ ਭੁਪਿੰਦਰ ਸਿੰਘ ਮਾਨ ਜਿਹੜੇ ਨੇ ਉਹ ਸਮਿਤੀ ਤੋਂ ਅਲੱਗ ਹੋ ਗਏ, ਯਾਨੀ ਉਹ ਵੀ ਕਹਿ ਰਹੇ ਨੇ ਮੈਂ ਕਿਸਾਨਾਂ ਦੇ ਨਾਲ ਖੜਾ, ਯਾਨੀ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਖਦਸ਼ਾ ਹੈ ਕਿ ਕਿਆ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਨਿਰਪੱਖ ਭਾਵ ਦੇ ਨਾਲ ਕਿਸਾਨ ਦੀ ਗੱਲ ਸੁਣਨ ਲਈ ਤਿਆਰ ਹੋਣਗੇ, ਕਿਆ ਨਿਰਪੱਖ ਰਿਪੋਰਟ ਜਿਹੜੀ ਆ ਉਹ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਦੇ ਪਾਣਗੇ। ਕਿਉਂਕਿ ਹਰ ਰੋਜ਼ ਇੱਕ ਕਿਸਾਨ, 1 ਤੋਂ 2 ਕਿਸਾਨ ਹੋ ਚੁੱਕੇ ਗੁਰਪ੍ਰੀਤ, ਇਹ ਵੀ ਸਾਨੂੰ ਦੇਖਣਾ ਚਾਹੀਦਾ ਹੈ ਕਿ ਹਰ ਰੋਜ਼ 1 ਤੋਂ 2 ਕਿਸਾਨ ਉਹਨਾਂ ਦੀ ਮੌਤ ਹੋ ਰਹੀ ਹੈ ਉਸ ਧਰਨਾ ਸਥਲ ਤੇ। ਉਹਨਾਂ ਦੀ ਲਾਸ਼ਾਂ ਜਿਹੜੀਆਂ ਨੇ ਪੰਜਾਬ ਆ ਰਹੀਆਂ ਨੇ, ਹਰਿਆਣਾ ਹੋ ਰਹੀਆਂ ਨੇ, ਹੋਰ ਇਲਾਕਿਆਂ ਦੇ ਵਿੱਚ ਜਾ ਰਹੀਆਂ, ਤੇ ਇਸ ਚੀਜ਼ ਨੂੰ ਵੀ ਸਮਝਣ ਦੀ ਲੋੜ ਹੈ ਕਿ ਹੋਰ ਕਿੰਨੀਆਂ ਕੁਰਬਾਨੀਆਂ ਕੇਂਦਰ ਮੰਗੇਗਾ ਇਸ ਅੰਦੋਲਨ ਦੇ ਪਿੱਛੇ। ਕਿਉਂਕਿ ਲਗਾਤਾਰ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ, ਲੇਕਿਨ ਹੌਸਲੇ ਪਸਤ ਨਹੀਂ ਹੋ ਰਹੇ, ਔਰ ਆਹ ਹੌਸਲੇ ਹੀ ਇੱਕ ਵੱਡਾ ਕਿਤੇ ਨਾ ਕਿਤੇ ਮੈਸੇਜ ਦੇ ਰਹੇ ਹਨ ਕੇਂਦਰ ਨੂੰ ਕਿ ਤੁਸੀਂ ਹੁਣ ਸਮਝੋ ਤੇ ਬਹਿ ਕੇ ਗੱਲ ਕਰੋ ਔਰ ਆ ਕਾਨੂੰਨ ਜਿਹੜੇ ਨੇ ਰੱਦ ਕਰੋ, ਤਾਂ ਹੀ ਹੱਲ ਨਿਕਲੂਗਾ। ਔਰ 19 ਤਰੀਕ ਦੀ ਜਿਹੜੀ ਬੈਠਕ ਹੈ ਉਸ ਦੇ ਵਿੱਚ ਵੀ ਕਲੀਅਰ ਰਹੇਗਾ ਕਿ ਅਗਰ ਤੁਸੀਂ ਆ ਕਾਨੂੰਨ ਰੱਦ ਕਰਨ ਦੀ ਗੱਲ ਕਰਦੇ ਹੋ ਤੇ ਆਪਾਂ ਬੈਠਕ ਕਰ ਲੈਂਦੇ ਹਾਂ। ਜੇਕਰ ਤੁਸੀਂ ਹਜੇ ਵੀ ਸੋਧ ਦੀ ਗੱਲ ਕਰੋਗੇ ਤੇ ਫਿਰ ਆ ਬੈਠਕਾਂ ਦਾ ਕੋਈ ਨਤੀਜਾ ਨਹੀਂ ਨਿਕਲਣਾ। ਫਿਰ ਸੁਪਰੀਮ ਕੋਰਟ ਨੂੰ ਆਪਣਾ ਕੰਮ ਕਰਨ ਦਿਓ ਤੇ ਸੁਪਰੀਮ ਕੋਰਟ ਦੀ ਜਿਹੜੀ ਕਮੇਟੀ ਹੈ ਉਸ ਨੂੰ ਆਪਣਾ ਕੰਮ ਕਰਨ ਦਿਓ ਜੀ। ਧੰਨਵਾਦ। ਸੋ ਲਗਾਤਾਰ ਕੇਂਦਰ ਦੇ ਕਿਸਾਨਾਂ ਦੀਆਂ ਜਿਹੜੀਆਂ ਬੈਠਕਾਂ ਨੇ ਉਹਦਾ ਦੌਰ ਜਾਰੀ ਹੈ, ਪਰ ਕੋਈ ਵੀ ਸੱਟਾ ਜਿਹੜਾ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ। ਉੱਥੇ ਹੀ ਹੁਣ 19 ਤਰੀਕ ਨੂੰ ਜਿਹੜੀ ਅਗਲੀ ਬੈਠਕ ਹੈ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਉਹ ਹੋਣ ਜਾ ਰਹੀ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕਿਸਾਨ ਜਥੇਬੰਦੀਆਂ ਇਸ ਬੈਠਕ ਦੇ ਵਿੱਚ ਜਾਣ ਨੂੰ ਰਾਜੀ ਹੋਣਗੇ ਜਾਂ ਨਹੀਂ। ਸੋ ਨਾਲ ਹੀ 26 ਜਨਵਰੀ ਨੂੰ ਵੀ ਕਿਸਾਨਾਂ ਨੇ ਵੱਡੇ ਪੱਧਰ ਤੇ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਉਹ ਵੀ ਤਸਵੀਰਾਂ ਦੇਖਣ ਵਾਲੀਆਂ ਹੋਣਗੀਆਂ। ਕੈਮਰਾਮੈਨ ਸ਼ਸ਼ੀਪਾਲ ਨਾਲ ਗੁਰਪ੍ਰੀਤ ਸਿੰਘ ਚੱਠਾ, NB ਨਿਊਜ਼।